ਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨ ਕੇ ਨਾਸ਼ਕ ਵਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਗੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀ। ਚੌਪਈ। ਬੰਦਨ ਬਿੰਦ ਬਦਨ ਬਰ ਚੰਦਨ। ਚਾਂਦਨਾ ਸਮ ਅਰਬਿੰਦ ਮਨਿੰਦਨਾ। ਨਿੰਦ ਨਾ ਜੇ ਸੁਰ ਕਰ ਅਭਿਨੰਦਨ। ਨੰਦਨ ਜਗ ਬਾਨੀ ਪਦ ਬੰਦਨ। ਬੰਦਨ ਬਿੰਦ ਬਦਨ ਬਰ ਚੰਦਨ। ਸਤਿਗੁਰੂ ਗਰੀਬ ਨਿਵਾਜ ਹਲਤ ਪਲਟ ਕੇ ਰਖਿਅਕ। ਧਰਤੀ ਨੂੰ ਧੀਰਜ ਬਖਸ਼ਣਹਾਰ। ਚਵਰ ਛਤਰ ਤਖਤ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਗੁਰਤਾਗਤੀ ਤੇ ਸੁਭਾਇਮਾਨ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨ
ਸੰਗਤ ਦਾ ਸੁਭਾਗਾ ਸਮਾਂ ਆਪ ਜੀ ਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਜੀ ਦੀ ਕਿਰਪਾ ਦੇ ਸਦਕਾ ਸੰਧਿਆ ਦੇ ਵੇਲੇ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਆਨ ਪ੍ਰਾਪਤ ਹੋਇਆ ਹੈ। ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪ੍ਰਾਰੰਭ ਕਰਨ ਲੱਗੇ ਹਨ। ਉਸ ਤੋਂ ਪਹਿਲਾਂ ਆਪ ਇੱਕ ਮੰਗਲ ਦੇ ਅਰਥ ਸਰਵਣ ਕਰੋ। ਫਿਰ ਕਵੀ ਜੀ ਇਹ ਦੱਸਣਗੇ ਕਿ ਇਸ ਗ੍ਰੰਥ ਦਾ ਮੁੱਢ ਕਿਵੇਂ ਵੱਜਾ ਤੇ ਇਸ ਗ੍ਰੰਥ ਦੀ ਕਥਾ ਜਿਹੜੀ ਹੈ ਉਹ ਕਿਸ ਪ੍ਰਕਾਰ ਕਿਸ ਨੇ ਕਿਸ ਨੂੰ ਸਰਵਣ ਕਰਵਾਈ। ਇਹ ਸਾਰਾ ਕਵੀ ਜੀ ਪ੍ਰਸੰਗ ਦੀ ਆਰੰਭਤਾ ਦੇ ਵਿੱਚ ਦੱਸਣਗੇ। ਸੋ ਜਿਵੇਂ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਹਨ, ਐਸੇ ਤਪ ਵਾਲੇ ਅਸਥਾਨ ਮਹਾਂਪੁਰਖ ਸੰਤ ਬਾਬਾ ਖੇਮ ਸਿੰਘ ਜੀ ਦੇ ਅਸਥਾਨ ਦੇ ਉੱਤੇ ਇਹ ਪਾਵਨ ਪਵਿੱਤਰ ਕਥਾ ਵਿਚਾਰ ਪ੍ਰਾਰੰਭ ਹੋਈ ਹੈ। ਇਹ ਸਾਧ ਸੰਗਤ ਜੀ ਸਾਧੂਆਂ ਦੀਆਂ ਕਮਾਈਆਂ ਹੁੰਦੀਆਂ ਨੇ ਤਾਂ ਐਸੇ ਕਾਰਜ ਪ੍ਰਾਰੰਭ ਹੁੰਦੇ ਹੈ। ਨਹੀਂ ਤਾਂ ਵੇਖ ਲਓ ਹੋਰ ਵੀ ਬੜੇ ਅਸਥਾਨ ਹਨ, ਹੋਰ ਵੀ ਬੜੇ ਵੱਡੇ ਮਹਿਮਾ ਵਾਲੇ ਅਸਥਾਨ ਇਹਦਾ ਨਗਰਾਂ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੇ ਹਨ। ਪਰ ਇਹ ਕਿਸੇ ਸਾਧੂ ਦੀ ਕੋਈ ਪਿਛਲੇ ਜਨਮਾਂ ਦੀ ਵੀ ਅੰਦਰ ਕਮਾਈ ਹੁੰਦੀ ਹੈ ਤੇ ਜੀਵਨ ਕਾਲ ਦੀ ਕਮਾਈ ਹੁੰਦੀ ਹੈ। ਜਿਨ੍ਹਾਂ ਦੀ ਕਮਾਈ ਦੀ ਬਰਕਤ ਦੇ ਨਾਲ ਫਿਰ ਜਿਹੜੀਆਂ ਅਗਲੀਆਂ ਪੀੜ੍ਹੀਆਂ ਹਨ ਉਹ ਉਹਨਾਂ ਦੀ ਕਮਾਈ ਨੂੰ ਬੈਠ ਕਰਕੇ ਖਾਂਦੀਆਂ ਨੇ। ਤੇ ਆਪਾਂ ਵੱਡਿਆਂ ਭਾਗਾਂ ਵਾਲੇ ਹਾਂ। ਮਹਾਨ ਤਪਸਵੀ ਬ੍ਰਹਮ ਗਿਆਨੀ ਸੰਤ ਬਾਬਾ ਖੇਮ ਸਿੰਘ ਜੀ ਦੇ ਸਥਾਨ ਤੇ ਮਹਾਂਪੁਰਖ ਸੰਤ ਬਾਬਾ ਜੋਗਿੰਦਰ ਸਿੰਘ ਮਹਾਂਪੁਰਖਾਂ ਦੀ ਕਿਰਪਾ ਸਦਕਾ ਤੇ ਮੌਜੂਦਾ ਮੁਖੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਆਗਿਆ ਦੇ ਸਦਕਾ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਸਦਕਾ ਇਹ ਕਥਾ ਵਿਚਾਰ ਪ੍ਰਾਰੰਭ ਹੋਈ ਹੈ। ਸੋ ਜਿਵੇਂ ਕਵੀ ਜੀ ਮੰਗਲ ਕਰ ਰਹੇ ਨੇ ਪਰਮੇਸ਼ਰ ਅਕਾਲ ਪੁਰਖ ਦਾ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਬੰਦਨ ਬਿੰਦ ਬਦਨ ਬਰ ਚੰਦਨ। ਸਾਧ ਸੰਗਤ ਜੀਓ ਪਰਮੇਸ਼ਰ ਅਕਾਲ ਪੁਰਖ ਦਾ ਮੰਗਲ ਕਰ ਰਹੇ ਹਨ। ਬਾਣੀ ਦੀ ਮਹਿਮਾ ਦੱਸ ਰਿਹਾ ਕਵੀ ਜੀ ਕਿ ਜਿਸ ਬਾਣੀ ਨੂੰ ਸਦਾ ਹੀ ਬੰਦਨ ਨਮਸਕਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਜਿਨ੍ਹਾਂ ਦੇ ਬਦਨ ਦੇ ਬਾਅਦ ਜਿਹੜਾ ਸ੍ਰੇਸ਼ਟ ਮੁਖ ਹੈ ਚੰਦਨ ਦੀ ਨਿਆਈ ਚੰਦਰਮਾ ਦੇ ਸਰੀਖੇ, ਐਸੀ ਬਾਣੀ ਦੇ ਮੁਖ ਦੇ ਉੱਤੇ ਬਿੰਦੀ ਹੈ। ਜਿਵੇਂ ਕਿਸੇ ਇਸਤਰੀ ਦੇ ਮੱਥੇ ਦੇ ਉੱਤੇ ਬਿੰਦੀ ਹੁੰਦੀ, ਇਹ ਬਾਣੀ ਦੇ ਮਹਾਰਾਜ ਜੀ ਦੇ ਮੁਖ ਦੇ ਉੱਤੇ ਇੱਕ ਐਸੀ ਸ਼ੋਭਾ ਵਾਲੀ ਬਿੰਦੀ ਹੈ। ਵਿਰਾਗ ਦੀ ਕਹਿ ਲਈਏ, ਸ਼ੋਭਾ ਦੀ ਕਹਿ ਲਈਏ। ਚਾਂਦਨਾ ਸਮਰ ਬਿੰਦ ਮਨਿੰਦਨਾ। ਜਿਸ ਬਾਣੀ ਦੇ ਸਮਾਨ ਜਿਹੜਾ ਚੰਦਰਮਾ ਵੀ ਨਹੀਂ ਹੈ, ਜਿਸ ਬਾਣੀ ਦੇ ਸਮਾਨ ਅਰਬਿੰਦ ਕੀ ਕਮਲ ਵੀ ਮਨਿੰਦ ਸਮਾਨ ਨਹੀਂ ਹੈ ਬਾਣੀ ਦੇ। ਅਸੀਂ ਉਦਾਹਰਨ ਦੇ ਦਿੰਦੇ ਹਾਂ, ਦ੍ਰਿਸ਼ਟਾਂਤ ਦੇ ਦਿੰਦੇ ਹਾਂ ਕਿ ਸਤਿਗੁਰੂ ਜੀ ਦਾ ਮੁਖ ਚੰਦਰਮਾ ਸਰੀਖਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਮਹਾਰਾਜ ਚੰਦਰਮਾ ਵਰਗੇ ਹੋ ਗਏ, ਮਹਾਰਾਜ ਜੀ ਦੀ ਬਰਾਬਰੀ ਚੰਦਰਮਾ ਦੇ ਨਾਲ ਕਰਤੀ। ਦ੍ਰਿਸ਼ਟਾਂਤ ਸਾਧ ਸੰਗਤ ਜੀ ਇੱਕ ਅੰਗੀ ਹੁੰਦਾ ਹੈ। ਚੰਦਰਮਾ ਦੀ ਕੀ ਔਕਾਤ ਹੈ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਰਾਬਰ ਹੋ ਜਾਵੇ। ਚੰਦਰਮਾ ਦੀ ਕੀ ਔਕਾਤ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਦੀ ਸ਼ੋਭਾ ਕੀਤੀ ਜਾਵੇ।
ਚੰਦਰਮਾ ਤਾਂ ਕਲੰਕੀ ਹੈ, ਪਰ ਗਰੀਬ ਨਵਾਜ ਜੀ ਨਹੀਂ ਕਲੰਕ ਹੈ। ਮਹਾਰਾਜ ਜੀ ਦੇ ਉੱਤੇ ਕੋਈ ਕਲੰਕ ਨਹੀਂ ਹੈ। ਇਸ ਕਰਕੇ ਚੰਦਰਮਾ ਵੀ ਮਹਾਰਾਜ ਦੇ ਸਮਾਨ ਨਹੀਂ ਹੈ। ਕਮਲ ਦਾ ਫੁੱਲ ਵੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਸਮਾਨ ਨਹੀਂ ਹੈ। ਅਸੀਂ ਸ਼ੋਭਾ ਦੇ ਦਿੰਦੇ ਹਾਂ, ਦ੍ਰਿਸ਼ਟਾਂਤ ਦੇ ਦਿੰਦੇ ਹਾਂ ਕਿ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਸਰੀਖੇ ਹੈ, ਕਮਲ ਦੇ ਫੁੱਲ ਵਰਗੇ ਹੈ। ਪਰ ਕਮਲ ਦਾ ਸਾਧ ਸੰਗਤ ਜੀ ਕੰਮ ਕੀ ਹੈ? ਕਮਲ ਦਾ ਦਿਨੇ ਦਿਨੇ ਸੂਰਜ ਨੂੰ ਦੇਖ ਕਰਕੇ ਖਿੜਦਾ ਹੈ, ਪਰ ਰਾਤ ਨੂੰ ਕਮਲ ਜਿਹੜਾ ਆਪਣਾ ਪੱਤਲੀਆਂ ਆਪਣੇ ਪੱਤੇ ਉਹਨਾਂ ਨੂੰ ਬੰਦ ਕਰ ਲੈਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਨਿੱਕੇ ਦਿਨੇ ਹੀ ਉਪਦੇਸ਼ ਦਿੰਦੇ ਹੈ, ਰਾਤ ਨੂੰ ਕਿਸੇ ਨੂੰ ਉਪਦੇਸ਼ ਨਹੀਂ ਦਿੰਦੇ। ਹੋਰ ਜਿਵੇਂ ਪਖੰਡੀ ਸਾਧ ਹੈ ਅੱਜ ਕੱਲ੍ਹ ਦੇ, ਉਹ ਦਿਨੇ ਦਿਨੇ ਉਪਦੇਸ਼ ਦੇ ਕਰਕੇ ਰਾਤ ਨੂੰ ਸੌਂ ਜਾਂਦੇ ਹੈ ਤੇ ਰਾਤ ਨੂੰ ਕਿਸੇ ਨੂੰ ਮਿਲਦੇ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਮਲ ਦੇ ਸਮਾਨ ਨਹੀਂ। ਮਹਾਰਾਜ ਜੀ ਸਦਾ ਹੀ ਸਤਿਗੁਰੂ ਜੀ ਸਤਿਗੁਰ ਮੇਰਾ ਜਾਗਤਾ ਹੈ ਦਿਓ। ਤੇ ਇਸ ਪ੍ਰਕਾਰ ਗਰੀਬ ਨਵਾਜ ਜੀ ਸਦਾ ਜਾਗਣ ਵਾਲੇ ਹਨ। ਕਮਲ ਵੀ ਮਹਾਰਾਜ ਜੀ ਦੇ ਸਮਾਨ ਨਹੀਂ ਹੈ। ਨਿੰਦ ਨਾ ਜਿਹੇ ਸੁਰ ਕਰ ਅਭਿਨੰਦਨ। ਜਿਸ ਦੀ ਸਾਧ ਸੰਗਤ ਜੀ ਜਿਨ੍ਹਾਂ ਸਤਿਗੁਰਾਂ ਜੀ ਦੀ ਜਿਸ ਬਾਣੀ ਦੀ ਜਿਹੜੇ ਸੁਰ ਦੇਵਤੇ ਹੈ ਉਹ ਵੀ ਨਿੰਦਾ ਨਹੀਂ ਕਰ ਸਕਦੇ। ਤੇ ਕਰ ਅਭਿਨੰਦਨ ਨਾਮ ਨਮਸਕਾਰ ਦਾ ਹੁੰਦਾ ਹੈ। ਦੇਵਤੇ ਵੀ ਦੋਵੇਂ ਹੱਥ ਜੋੜ ਕਰਕੇ ਬਾਣੀ ਨੂੰ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਹਨ। ਨੰਦਨ ਜਗ ਬਾਣੀ ਪਦ ਬੰਦਨ। ਜਿਹੜਾ ਜਗਤ ਰੂਪੀ ਪੁੱਤਰ ਹੈ ਪਰਮੇਸ਼ਰ ਦਾ, ਉਹ ਵੀ ਸਾਧ ਸੰਗਤ ਜੀ ਐਸੀ ਬਾਣੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਸਾਰਾ ਜਗਤ ਨਮਸਕਾਰ ਕਰਦਾ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹੜਾ ਨਹੀਂ ਨਮਸਕਾਰ ਕਰਦਾ। ਸਾਰੇ ਧਰਮਾਂ ਦੇ ਵਿੱਚ ਗਰੀਬ ਨਵਾਜ ਜੀ ਦਾ ਸਭ ਤੋਂ ਵੱਡਾ ਉੱਚੀ ਪਦਵੀ ਹੈ। ਸਾਰਿਆਂ ਤੋਂ ਵੱਡੇ ਕਹਿਲਾਏ ਜਾਂਦੇ ਆ ਗਰੀਬ ਨਵਾਜ। ਸਾਰਿਆਂ ਧਰਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ। ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ, ਕੋਈ ਈਸਾਈ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਨ। ਸੋ ਇਸ ਪ੍ਰਕਾਰ ਕਵੀ ਜੀ ਨੇ ਮੰਗਲ ਕੀਤਾ। ਹੁਣ ਅੱਗੇ ਕਵੀ ਜੀ ਕਥਾ ਆਰੰਭ ਕਰ ਰਹੇ, ਸਰਵਣ ਕਰੋ। ਦੋਹਰਾ ਸ੍ਰੀ ਗੁਰੂ ਨਾਨਕ ਸੋ ਮਿਲਿਓ, ਬਾਲਕ ਰੂਪ ਸੋ ਜਾਨ। ਸਾਧ ਸੰਗਤ ਜੀ, ਸ਼੍ਰੋਮਣੀ, ਸ਼੍ਰੀ ਦਾ ਅਰਥ ਹੈ ਸ਼੍ਰੋਮਣੀ। ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੋਹ ਕੀ ਨਾਲ ਮਿਲਿਆ ਹੈ। ਬਾਲਕ ਰੂਪ ਸੁਜਾਨ। ਸੁਜਾਨ ਨਾਮ ਸਿਆਣੇ ਦਾ ਹੁੰਦਾ। ਸਿਆਣੇ ਉਮਰ ਦੇ, ਸਿਆਣੇ ਸੁਭਾਅ ਵਾਲੇ, ਸਿਆਣੇ ਸਰੂਪ ਵਾਲੇ ਬਾਲਕ ਉਮਰ ਦੇ ਵਿੱਚ ਮਿਲੇ ਹਨ। ਕੌਣ? ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਨਾਮ ਮਹਾਰਾਜ ਜੀ ਨੇ ਬਾਅਦ ਚ ਬਾਬਾ ਬੁੱਢਾ ਰੱਖਣਾ, ਅੱਗੇ ਹੀ ਆ ਜਾਣਾ ਇਤਿਹਾਸ ਅੰਦਰ। ਸੋ ਐਸੇ ਬਾਬਾ ਬੁੱਢਾ ਸਾਹਿਬ ਜੀ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਲਕ ਉਮਰ ਦੇ ਵਿੱਚ, ਸਿਆਣੀ ਉਮਰ ਦੇ ਵਿੱਚ ਮਿਲੇ ਹਨ। ਕਿਰਪਾ ਪਾਏ ਤਤਕਾਲ ਹੀ, ਪ੍ਰਾਪਤ ਭਾ ਬ੍ਰਹਮ ਗਿਆਨ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਨੂੰ ਪਾ ਕਰਕੇ ਤਤਕਾਲ ਭਾਵ ਛੇਤੀ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਭਾ ਹੋ ਗਈ। ਚੌਪਈ ਜਿਸ ਕੀ ਬਾਤੈ ਸੁਨ ਬੁੱਧਵਾਰੀ। ਜਿਸ ਬਾਬਾ ਬੁੱਢਾ ਸਾਹਿਬ ਜੀ ਦੀਆਂ ਗੱਲਾਂ ਸੁਣ ਕਰਕੇ, ਬੁੱਧੀ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਗੱਲਾਂ ਸੁਣ ਕਰਕੇ, ਸ੍ਰੀ ਜਗ ਗੁਰ ਇਮ ਗਿਰਾ ਉਚਾਰੀ। ਜਗਤ ਦੇ ਮਾਲਕ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪ੍ਰਕਾਰ ਫਿਰ ਗਿਰਾ ਭਾਵ ਬਾਣੀ ਉਚਾਰਨ ਕੀਤੀ। ਬਾਲਕ ਤੇਰੀ ਤਿਸਕੇ, ਬਾਲਕ ਤੇਰੀ ਬੈਸ ਦਿਸਾਵਤ। ਸਾਧ ਸੰਗਤ ਜੀ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਏ ਸੀ ਨਾ, ਰਮਦਾਸ ਨਗਰ ਸੀ ਬਾਬਾ ਬੁੱਢਾ ਸਾਹਿਬ ਜੀ ਦਾ, ਤੇ ਇੱਧਰ ਅੰਮ੍ਰਿਤਸਰ ਦੇ ਇਲਾਕੇ 'ਚ ਤਾਰ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹਨ। ਸਤਿਗੁਰੂ ਜੀ ਇੱਕ ਜਗ੍ਹਾ ਸੁਭਾਏਮਾਨ ਹੈ, ਤਾਂ ਉੱਥੇ ਬਾਬਾ ਬੁੱਢਾ ਸਾਹਿਬ ਜੀ ਬਾਲਕ ਰੂਪ ਦੇ ਅੰਦਰ, ਬੂੜਾ ਜਿਹਨਾਂ ਦਾ ਪਹਿਲਾ ਨਾਮ ਸੀ, ਤਾਂ ਇਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ। ਤਾਂ ਸਤਿਗੁਰੂ ਜੀ ਦੇ ਕੋਲ ਹੀ ਬੈਠੇ ਆ, ਉਹ ਕਥਾ ਕਵੀ ਜੀ ਦੱਸ ਰਹੇ ਆ।
ਕਿ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹਨਾਂ ਦੇ ਨਾਲ ਬਚਨ ਵਿਲਾਸ ਕੀਤੇ ਤਾਂ ਇਹਨਾਂ ਬੜੀਆਂ ਸਿਆਣੀਆਂ ਗੱਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹੀਆਂ। ਬੜੇ ਸਿਆਣੇ, ਜਿਵੇਂ ਸਿਆਣੇ ਕੋਈ ਗੱਲਾਂ ਕਰਦੇ ਹੁੰਦੇ ਆ, ਇਵੇਂ ਸਿਆਣੀਆਂ ਸਿਆਣੀਆਂ ਗੱਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਜਦੋਂ ਕੀਤੀਆਂ ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਲਕ ਤੇਰੀ ਬੈਸ ਦਿਸਾਵਤ, ਕਿ ਹੇ ਭਾਈ ਤੇਰੀ ਜਿਹੜੀ ਬੈਸ ਉਮਰ ਹੈ ਉਹ ਤਾਂ ਬਾਲਕਾਂ ਵਾਲੀ, ਬੱਚਿਆਂ ਵਾਲੀ ਦਿਖਦੀ ਹੈ। ਬੁੱਢੇ ਸਮ ਮੁਖ ਵਾਕ ਅਲਾਵਤ, ਤੇ ਤੂੰ ਆਪਣੇ ਮੂੰਹ ਤੋਂ ਬੁੱਢਿਆਂ ਵਾਂਗ ਬਚਨ ਅਲਾਪਤ ਕਹਿੰਦਾ ਹੈ। ਜਿਵੇਂ ਕੋਈ ਸਿਆਣੇ ਪੁਰਸ਼ ਬੁੱਢੇ, ਸਿਆਣੀ ਉਮਰ ਵਾਲੇ ਬੁੱਢੇ ਬਚਨ ਕਹਿੰਦੇ ਹੁੰਦੇ ਆ, ਸਿਆਣੀਆਂ ਗੱਲਾਂ ਤੂੰ ਉਹਨਾਂ ਵਾਂਗੂ ਬਚਨ ਕਹਿੰਦਾ। ਇਤਨੇ ਮਹਿ ਤਿਸ ਕੇ ਪਿਤ ਮਾਤਾ, ਇੰਨੇ ਨੂੰ ਸਾਧ ਸੰਗਤ ਜੀ ਤਿਸ ਕੇ ਕੀ ਭਾਵ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਮਾਤਾ ਪਿਤਾ ਹਨ, ਆਏ ਗਏ ਖੋਜਤ ਨਿਜ ਤਾਤਾ, ਉਹ ਆ ਗਏ ਆਪਣੇ ਤਾਤਾ ਪੁੱਤਰ ਨੂੰ ਲੱਭਦੇ ਹੋਏ। ਕਹਿਤ ਭਏ ਹਮਰੋ ਸੁਤ ਆਵਾ, ਉਹ ਤਾਂ ਜਿਹੜੇ ਇੱਥੇ ਸਿੱਖ ਘੁੰਮਦੇ ਸੀ ਮਹਾਰਾਜ ਜੀ ਦੇ ਕੋਲ ਖੜੇ ਸੀ, ਉਹਨਾਂ ਨੂੰ ਕਹਿੰਦੇ ਹੋਏ ਇਸ ਪ੍ਰਕਾਰ ਪੁੱਛਦੇ ਹੈ ਕਿ ਸਾਡਾ ਪੁੱਤਰ ਤਾਂ ਨਹੀਂ ਇੱਧਰ ਨੂੰ ਆਇਆ ਕਿਤੇ। ਤਿਸ ਦੇਖਨ ਕੋ ਮਨ ਲਲਚਾਵਾ, ਉਸ ਪੁੱਤਰ ਨੂੰ ਸਾਡਾ ਦੇਖਣ ਵਾਸਤੇ ਮਨ ਜਿਹੜਾ ਲਾਲਚ ਦੇ ਸਹਿਤ ਹੋਇਆ ਹੈ। ਸਿੱਖਨ ਕਹਿਓ ਸੋ ਅੰਤਰ ਬੈਸਾ, ਸਿੱਖਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਦੱਸਿਆ ਕਿ ਤੁਹਾਡਾ ਸੁਪੁੱਤਰ ਅੰਦਰ ਬੈਠਾ ਹੋਇਆ ਮਹਾਰਾਜ ਕੋਲ। ਜਾਏ ਨਿਹਾਰਿਓ ਅਤ ਬਿਰਧ ਜੈਸਾ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਨੇ ਇਹ ਬਾਲਕ ਰੂਪ ਦੀ ਉਮਰ ਵਿੱਚ ਹੈ, ਜਦੋਂ ਜਾ ਕੇ ਵੇਖਿਆ ਤਾਂ ਕੀ ਵੇਖਿਆ, ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹ ਮਹਾਰਾਜ ਜੀ ਦੇ ਬਚਨਾਂ ਕਰਕੇ ਬੁੱਢਿਆਂ ਵਰਗਾ ਹੋ ਗਿਆ ਹੈ। ਕਿਉਂਕਿ ਸਤਿਗੁਰੂ ਜੀ ਨੇ ਪਿੱਛੇ ਬਚਨ ਕੀਤੇ ਆ ਨਾ, ਬੁੱਢੇ ਸਨਮੁਖ ਵਾਕ ਅਲਾਵਤ। ਪਹਿਲਾਂ ਤਾਂ ਸਰੀਰ ਇਹਨਾਂ ਦਾ ਠੀਕ ਸੀ, ਪਰ ਮਹਾਰਾਜ ਜੀ ਦੇ ਬਚਨ ਕਰਨ ਜੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਆਪਣੇ ਮੁਖ ਤੋਂ, ਤਾਂ ਉਦੋਂ ਫਿਰ ਬੁੱਢਾ ਮਹਾਰਾਜ ਜੀ ਨੇ ਇਹਨਾਂ ਨੂੰ ਕਿਹਾ ਕਿ ਬੁੱਢਿਆਂ ਵਾਂਗ ਬਚਨ ਕਹਿਣਾ ਹੈ ਬਾਲਕਾ। ਉਸ ਵੇਲੇ ਇਹਦਾ ਸਰੀਰ ਬੁੱਢਿਆਂ ਵਰਗਾ ਹੋ ਗਿਆ ਸੀ। ਤਾਂ ਇਹਦੇ ਮਾਤਾ ਪਿਤਾ ਜੀ ਨੇ ਜਾ ਕੇ ਵੇਖਿਆ ਕਿ ਅਤ ਬ੍ਰਿਧ ਜੈਸਾ, ਸਾਡਾ ਪੁੱਤਰ ਤਾਂ ਬਹੁਤਾ ਹੀ ਬੁੱਢਿਆਂ ਵਰਗਾ ਸਰੀਰ ਇਹਦਾ ਹੋਇਆ ਹੈ। ਬਿਸਮ ਰਹਿਓ ਕਛ ਕਹਿਓ ਨਾ ਜਾਈ, ਬੜੇ ਹੈਰਾਨ ਹੋ ਕੇ ਰਹਿ ਰਿਹਾ, ਕੁਝ ਕਿਹਾ ਨਹੀਂ ਜਾ ਰਿਹਾ ਇਹਨਾਂ ਕੋਲੋਂ। ਚਹਿਤ ਲਿਜਾਇਓ ਸੰਗ ਨਾ ਜਾਈ, ਆਪਣੇ ਪੁੱਤਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹਦੇ ਮਾਤਾ ਪਿਤਾ ਨਾਲ ਲਿਜਾਣਾ ਚਾਹੁੰਦੇ ਐ, ਪਰ ਬਾਬਾ ਬੁੱਢਾ ਸਾਹਿਬ ਜੀ ਨਾਲ ਨਹੀਂ ਜਾਂਦੇ ਇਹਨਾਂ ਦੇ। ਪੁਨ ਦੰਪਤ ਨੇ ਏਵ ਵਿਚਾਰਾ, ਕੌਣ ਫਿਰ ਦੰਪਤ ਨਾਮ ਪਤੀ ਪਤਨੀ ਦਾ ਹੁੰਦਾ, ਭਾਵ ਦੋਵਾਂ ਨੇ ਫਿਰ ਇਸ ਪ੍ਰਕਾਰ ਵਿਚਾਰ ਕੀਤੀ। ਜਰਾ ਗ੍ਰਸਿਓ ਤਨ ਜਿਹ ਸੋ ਕੁਮਾਰਾ, ਕਹਿੰਦੇ ਜਿਹ ਸੋ ਕੁਮਾਰਾ, ਜਿਸ ਦਾ ਤਨ ਸਰੀਰ ਜਵਾਨਾਂ ਵਰਗਾ ਸੀ, ਭਾਵ ਜਵਾਨੀ ਦੀ ਉਮਰ, ਭਾਵ ਸੋਹਣਾ ਚੰਗਾ ਸਰੀਰ ਸੀ, ਪਰ ਹੁਣ ਇਹਦਾ ਜਿਹੜਾ ਸਰੀਰ ਹੈ ਜਰਾ ਗ੍ਰਸਿਓ, ਇਹ ਤਾਂ ਬੁਢੇਪੇ ਨੇ ਗ੍ਰਸ ਲਿਆ ਹੈ। ਅਬ ਕਹਿ ਬਹੁ ਰਹੇ ਨਾ ਚਾਲੇ ਸੰਗ, ਅਬ ਕਿਆ ਕਾਰਜ ਆਏ ਹਮਾਰੇ, ਮਾਤਾ ਪਿਤਾ ਨੇ ਸੋਚਿਆ ਕਿ ਹੁਣ ਇਹਨਾਂ ਨੇ ਸਾਡੇ ਕੀ ਕੰਮ ਆਉਣਾ ਹੈ। ਸਰਬ ਰੀਤ ਦੇ ਸਿਥਲਿਓ ਭਾਰੇ, ਕਿਉਂਕਿ ਇਹ ਸਾਰਿਆਂ ਤਰੀਕਿਆਂ ਦੇ ਨਾਲ ਹੁਣ ਕਮਜ਼ੋਰ ਹੋ ਚੁੱਕੇ ਹੈ, ਇਹਦੇ ਅੰਗ ਕਮਜ਼ੋਰ ਹੋ ਚੁੱਕੇ ਹੈ। ਇਹ ਤਾਂ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਇਹਦੇ ਮਾਤਾ ਪਿਤਾ ਨੇ। ਕਹਿ ਬਹੁ ਰਹੇ ਨਾ ਚਾਲੇ ਸੰਗ, ਉਹ ਤਾਂ ਕਹਿ ਰਹੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹਦੇ ਮਾਤਾ ਪਿਤਾ ਕਿ ਸਾਡੇ ਨਾਲ ਚੱਲੋ, ਪਰ ਨਹੀਂ ਗਏ ਬਾਬਾ ਬੁੱਢਾ ਸਾਹਿਬ। ਰਹਿਣ ਦਿਓ ਇਹ ਭਾ ਬ੍ਰਿਧ ਅੰਗ, ਫਿਰ ਵਿਚਾਰ ਕੀਤੀ ਕਿ ਚਲੋ ਇਹਨੂੰ ਹੁਣ ਇੱਥੇ ਰਹਿਣ ਦੀ, ਇਹਨਾਂ ਦੇ ਅੰਗ ਤਾਂ ਬੁੱਢਿਆਂ ਵਰਗੇ ਹੋ ਗਏ ਐ। ਐਸੇ ਕਹਿ ਕਰ ਗਮਨੇ ਧਾਮ, ਇਸ ਪ੍ਰਕਾਰ ਮਾਤਾ ਪਿਤਾ ਕਹਿ ਕਰਕੇ ਆਪਣੇ ਘਰ ਨੂੰ ਚਲੇ ਗਏ। ਤਬ ਕਹਿ ਬੁੱਢਾ ਪ੍ਰਗਟਿਓ ਨਾਮ, ਕਵੀ ਜੀ ਦੱਸਦੇ ਕਿ ਉਦੋਂ ਤੋਂ ਭਾਈ ਬਾਬਾ ਬੂੜਾ ਜੀ ਦਾ ਪਹਿਲਾ ਨਾਮ ਸੀ, ਉਸ ਵੇਲੇ ਫਿਰ ਬਾਬਾ ਬੁੱਢਾ ਨਾਮ ਦਾ ਪ੍ਰਗਟ ਹੋ ਗਿਆ ਉਸ ਵੇਲੇ ਤੋਂ। ਗੁਰ ਘਰ ਮੈਂ ਅਜ ਮਤ ਯੁੱਤ ਭਾਰਾ, ਜਿਹੜੇ ਬਾਬਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਦੇ ਵਿੱਚ ਬੜੀਆਂ ਅਜਮਤਾਂ ਸ਼ਕਤੀਆਂ ਦੇ ਸਹਿਤ, ਭਾਰੀ ਸ਼ਕਤੀਆਂ ਦੇ ਸਹਿਤ ਹੋਏ ਹੈ। ਮੋਹਿਤ ਸਮ ਜਗ ਤਾਰਨ ਹਾਰਾ। ਜਿਹੜੇ ਬਾਬਾ ਬੁੱਢਾ ਸਾਹਿਬ ਜੀ ਮੋਹਿਤ ਭਾਵ ਜਹਾਜ਼ ਦੇ ਸਮਾਨ ਹਨ ਜਗਤ ਨੂੰ ਤਾਰਨ ਵਾਸਤੇ। ਅਜਰ ਜਰਨ ਮਹਿ ਧੀਰ ਮਹਾਨਾ। ਜਿਹੜੇ ਬਾਬਾ ਬੁੱਢਾ ਸਾਹਿਬ ਜੀ ਅਜਰ ਜਿਹੜੀਆਂ ਸ਼ਕਤੀਆਂ ਨਾ ਜਰ ਸਕਣ ਵਾਲੀਆਂ ਉਹਨਾਂ ਨੂੰ ਜਰਨ ਵਾਲੇ ਹੋਏ ਹਨ, ਬੜੇ ਭਾਰੀ ਧੀਰਜ ਵਾਲੇ। ਅਪਰ ਨਾ ਜਾ ਕੇ ਭਇਓ ਸਮਾਨਾ। ਉਹ ਕਹਿੰਦੇ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਜੀ ਦੇ ਸਮਾਨ ਕੋਈ ਇਤਨਾ ਤਕੜਾ ਬ੍ਰਹਮ ਗਿਆਨੀ ਸਿੱਖ ਨਹੀਂ ਹੋਇਆ। ਸ੍ਰੀ ਨਾਨਕ ਤੇ ਰਹਿਓ ਪਿਛਾਰੀ। ਬਾਬਾ ਬੁੱਢਾ ਸਾਹਿਬ ਜੀ ਜਦੋਂ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਨੂੰ ਚਲੇ ਗਏ, ਉਹਨਾਂ ਦੇ ਪਿੱਛੋਂ ਵੀ ਇਹ ਰਹੇ ਗੁਰੂ ਘਰ 'ਚ। ਸ੍ਰੀ ਅੰਗਦ ਕੇ ਚਰਨ ਮਝਾਰੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ ਰਹੇ। ਪੁਨ ਸ੍ਰੀ ਅਮਰਦਾਸ ਕੀ ਸੇਵਾ। ਫਿਰ ਪੁੰਨ ਭਾਵ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵੀ ਨਾ ਬੜੇ ਪ੍ਰੇਮ ਨਾਲ ਕੀਤੀ। ਸੰਗੀ ਰਾਮਦਾਸ ਗੁਰਦੇਵਾ। ਫਿਰ ਸਤਿਗੁਰੂ ਧੰਨ ਗੁਰੂ ਰਾਮਦਾਸ ਸਤਿਗੁਰੂ ਗੁਰਦੇਵ ਸਤਿਗੁਰੂ ਜੀ ਉਹਨਾਂ ਦੇ ਨਾਲ ਵੀ ਸੰਗੀ ਰਹੇ। ਪੁਨ ਸ੍ਰੀ ਅਰਜਨ ਕੇ ਢਿਗ ਰਹਿਓ। ਫਿਰ ਕਹਿੰਦੇ ਪੁੰਨ ਭਾਵ ਫਿਰ ਸ੍ਰੀ ਸ਼੍ਰੋਮਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਢਿਗ ਭਾਵ ਕੋਲ ਮਹਾਰਾਜ ਜੀ ਦੇ ਕੋਲ ਵੀ ਰਹੇ। ਭਾਈ ਪਦ ਕੋ ਤਬ ਤੇ ਲਹਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਇਹਨਾਂ ਨੇ ਭਾਈ ਪਦਵੀ ਨੂੰ ਪ੍ਰਾਪਤ ਕੀਤਾ। ਭਾਈ ਬੁੱਢਾ ਸਾਹਿਬ ਜੀ ਉਦੋਂ ਤੋਂ ਫਿਰ ਇਹਨਾਂ ਨੂੰ ਕਹਿਣ ਲੱਗੇ, ਕੀ ਕਾਰਨ ਬਣਿਆ ਭਾਈ ਦਾ? ਅੱਜ ਆਪਾਂ ਆਮ ਸ਼ਬਦ ਵਰਤਦੇ ਹਾਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਵਾਸਤੇ ਕਿ ਭਾਈ ਜੀ। ਕਈਆਂ ਪਿੰਡਾਂ ਦੇ ਵਿੱਚ ਇੱਧਰ ਤਾਂ ਨਹੀਂ, ਇੱਧਰ ਅੰਮ੍ਰਿਤਸਰ ਇਲਾਕੇ 'ਚ ਚਲੇ ਜਾਈਏ ਤਾਂ ਉੱਧਰ ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਨੂੰ ਭਾਈ ਕਹਿੰਦੇ ਆ ਕਿ ਭਾਈ ਸਾਹਿਬ ਜੀ। ਤੋ ਭਾਈ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਉਦੋਂ ਲਾਇਆ ਜਦੋਂ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਗਿਆ। ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਪੁੱਛਿਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਕਿਹਨੂੰ ਥਾਪੀਏ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਤੋਂ ਸਿਆਣਾ ਇੱਥੇ ਕੋਈ ਨਹੀਂ ਹੈ, ਤੁਸੀਂ ਸਾਰਿਆਂ ਤੋਂ ਵੱਡੇ ਹੋ, ਤੁਸੀਂ ਮਹਾਰਾਜ ਜੀ ਆਪ ਹੀ ਸਤਿਗੁਰੂ ਜੀ ਦੀ ਹਜ਼ੂਰੀ ਬੈਠੇ ਹੋ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਿ ਨਹੀਂ ਬਾਬਾ ਬੁੱਢਾ ਸਾਹਿਬ ਜੀ, ਅਸੀਂ ਐਸਾ ਪਵਿੱਤਰ ਸੀਸ ਲੱਭ ਰਹੇ ਹਾਂ ਆਪਣੇ ਸਿੱਖਾਂ ਅੰਦਰ ਕਿ ਜਿਸ ਸੀਸ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਝੁਕਾਏ ਜਾਣ। ਫਿਰ ਜਿਹੜਾ ਸਰੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜੀ ਆਪ ਅੰਤਰਜਾਮੀ ਹੋ, ਸਭ ਤੋਂ ਪਵਿੱਤਰ ਸਰੀਰ ਤੁਹਾਡਾ ਹੀ ਹੈ, ਸੀਸ ਵੀ ਤੁਹਾਡਾ ਹੀ ਪਵਿੱਤਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਵੱਡੇ ਸਤਿਗੁਰਾਂ ਦੇ ਸਿੱਖ ਹੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਕੀਤੇ ਹੈ। ਇੱਥੇ ਸਾਰਿਆਂ ਸਿੱਖਾਂ ਦੇ ਵਿੱਚ ਤੁਹਾਡਾ ਹੀ ਸੀਸ ਪਵਿੱਤਰ ਹੈ ਤੇ ਤੁਹਾਡਾ ਹੀ ਸਰੀਰ ਪਵਿੱਤਰ ਹੈ। ਇਸ ਕਰਕੇ ਅੱਜ ਤੋਂ ਪਹਿਲੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਨੂੰ ਥਾਪਿਆ ਜਾਂਦਾ। ਉਸ ਵੇਲੇ ਮਹਾਰਾਜ ਨੇ ਭਾਈ ਸ਼ਬਦ ਭਾਈ ਬੁੱਢਾ ਸਾਹਿਬ ਕਹਿ ਕਰਕੇ ਗੁਰੂ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਥਾਪਿਆ ਸੀ। ਇਸ ਕਰਕੇ ਕਵੀ ਜੀ ਦੱਸਦੇ ਆ ਭਾਈ ਪਦਵੀ ਨੂੰ ਤਦੋਂ ਤੋਂ ਫਿਰ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਤੋਂ ਪ੍ਰਾਪਤ ਕੀਤਾ। ਜਿਨ ਕੋ ਬਚਨ ਅਟਲ ਜਗ ਭਇਓ। ਜਿਨ੍ਹਾਂ ਦਾ ਬਚਨ ਬਾਬਾ ਬੁੱਢਾ ਸਾਹਿਬ ਜੀ ਦਾ ਜਗਤ ਦੇ ਵਿੱਚ ਅਟਲ ਹੋਇਆ, ਟਲਣ ਤੋਂ ਰਹਿਤ ਹੋਇਆ। ਜਿਹੜਾ ਬਚਨ ਕਿਸੇ ਨੂੰ ਕਰ ਦਿੱਤਾ ਉਹ ਕਦੇ ਨਿਸ਼ਫਲ ਨਹੀਂ ਗਿਆ। ਜੇ ਮਹਾਰਾਜ ਜੀ ਨੇ ਬਚਨ ਕੀਤਾ ਹੈ। ਸ੍ਰੀ ਗੁਰ ਹਰਿਗੋਬਿੰਦ ਜਨਮਯੋ। ਜਿਨ੍ਹਾਂ ਦੇ ਬਚਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਕਰਕੇ ਸ਼੍ਰੋਮਣੀ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਪਾਤਸ਼ਾਹ ਖਸਟਨ ਲੋ ਦੇ। ਜਿਨ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜਾ ਸਰੀਰ ਹੈ ਨਾ ਸਾਧ ਸੰਗਤ ਜੀ, ਪਾਤਸ਼ਾਹੀ ਖਸ਼ਟਨ ਨਾਮ 6 ਦਾ ਹੁੰਦਾ। 6 ਪਾਤਸ਼ਾਹੀਆਂ ਲੋ ਤੱਕ ਦੇ ਜਿਹੜਾ ਸਰੀਰ ਹੈ ਉਹ ਰਿਹਾ ਹੈ। ਜੀਵਤ ਰਹਿਓ ਗਿਆਨ ਕਉ ਦੇ ਗਏ ਹੋ। ਸਤਿਗੁਰੂ
ਕਵੀ ਜੀ ਦੱਸ ਰਹੇ ਕਿ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਗਿਆਨ ਦੇ ਘਰ ਹਨ, ਉਹ ਛੇਵੇਂ ਪਾਤਸ਼ਾਹ ਜੀ ਦੇ ਤੱਕ ਰਹੇ ਹਨ ਸਰੀਰ ਕਰਕੇ। ਅਨੇਕ ਨਰਕ ਕਉ ਕੀਨ ਉਧਾਰਾ, ਜਿਨ੍ਹਾਂ ਨੇ ਸਾਧ ਸੰਗਤ ਜੀ ਅਨੇਕਾਂ ਨਰਮ ਮਨੁੱਖਾਂ ਦਾ ਉਧਾਰ ਕੀਤਾ। ਸਤ ਨਾਮ ਉਪਦੇਸ਼ ਉਦਾਰਾ, ਜਿਹੜਾ ਉਦਾਰਾ ਸ੍ਰੇਸ਼ਟ ਸੱਚੇ ਨਾਮ ਦਾ ਉਪਦੇਸ਼ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਲੋਕਾਈ ਨੂੰ ਦਿੱਤਾ। ਸ੍ਰੀ ਗੁਰੂ ਨਾਨਕ ਸਭ ਤੇ ਆਦੀ, ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਤੋਂ ਪਹਿਲਾ ਸਤਿਗੁਰੂ ਹੋਏ। ਪਾਛੇ ਜੋ ਟਿੱਕੇ ਗੁਰ ਗਾਦੀ, ਜਿਹੜੇ ਦੂਸਰੇ ਗੁਰੂ ਬਣੇ ਨਾ ਗੁਰੂ ਅੰਗਦ ਦੇਵ ਮਹਾਰਾਜ ਜਾਂ ਪਿੱਛੋਂ ਸਾਰੇ ਗੁਰੂ ਬਣੇ, ਉਹਨਾਂ ਨੂੰ ਗੁਰਤਾ ਗੱਦੀ ਦਾ ਜਿਹੜਾ ਟਿੱਕਾ ਹੈ ਪਿੱਛੇ ਸਭ ਹਨ ਕਹੋ ਬੁੱਢਾ ਜਿਨ ਰੀਤ, ਸਭ ਹਿਨ ਕਹੋ ਬੁੱਢਾ ਨਿਜ ਹਾਥ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰਿਆਂ ਗੁਰੂਆਂ ਨੂੰ ਸਾਧ ਸੰਗਤ ਜੀ ਆਪਣੇ ਹਸਤ ਕਮਲਾਂ ਦੇ ਨਾਲ ਟਿੱਕਾ ਦਿੱਤਾ ਗੁਰਤਾ ਗੱਦੀ ਦਾ। ਜਦੋਂ ਵੀ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਦੇ ਸੱਜੇ, ਗੁਰੂ ਅਮਰਦਾਸ ਮਹਾਰਾਜ ਸੱਜੇ, ਸਾਰਿਆਂ ਸਿੱਖਾਂ 'ਚ ਇਹਨਾਂ ਨੂੰ ਮਹਾਨ ਸਿੱਖ ਜਾਣਦਿਆਂ ਹੋਇਆਂ ਤਾਂ ਇਹਨਾਂ ਹੀ ਸਾਧ ਸੰਗਤ ਜੀ ਗੁਰਤਾ ਗੱਦੀ ਦਾ ਟਿੱਕਾ ਸਾਰਿਆਂ ਗੁਰੂਆਂ ਨੂੰ ਦਿੱਤਾ। ਦੇਤੋ ਰਹਿਓ ਤਿਲਕ ਸ਼ੁਭ ਮਾਤ, ਇਸ ਪ੍ਰਕਾਰ ਛੇਵੇਂ ਪਾਤਸ਼ਾਹ ਜੀ ਦੇ ਤੱਕ ਇਹ ਸ਼ੁਭ ਸ੍ਰੇਸ਼ਟ ਮਸਤਕ ਤੇ ਜਿਹੜਾ ਤਿਲਕ ਹੈ ਨਾ ਟਿੱਕਾ, ਉਹ ਬਾਬਾ ਬੁੱਢਾ ਸਾਹਿਬ ਹੀ ਦਿੰਦੇ ਰਹੇ। ਪੀਛੇ ਸੰਤਤ ਤਿਸ ਹੀ ਤਰੀਤ, ਫਿਰ ਬਾਬਾ ਬੁੱਢਾ ਸਾਹਿਬ ਜੀ ਜਦੋਂ ਸੱਚਖੰਡ ਪਿਆਨਾ ਕਰ ਗਏ, ਇਹਨਾਂ ਦੀ ਸੰਤਾਨ ਦੇ ਵਿੱਚੋਂ ਇਸੇ ਪ੍ਰਕਾਰ ਇਸੇ ਤਰੀਕੇ ਨਾਲ ਸਤਿਗੁਰ ਸਾਥ ਰਹਿਤ ਭੇ ਨੀਤ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਅੱਗੇ ਸੰਤਾਨ ਹੋਈ ਆ, ਉਹ ਨਾਮ ਸਾਰੇ ਪੁੱਤਰਾਂ ਦੇ ਅੱਗੇ ਦੱਸਣਗੇ। ਸੋ ਉਹ ਸਾਰੀ ਸੰਤਾਨ ਇਹਨਾਂ ਦੀ ਕੁੱਲ ਜਿੰਨੇ ਸਤਿਗੁਰੂ ਜੀ ਬਾਅਦ ਵਿੱਚ ਹੋਏ ਉਹਨਾਂ ਦੇ ਨਾਲ ਹੀ ਰਹੇ। ਤੀਨ ਕਾਲ ਕੇ ਗਿਆਤਾਵਾਨ, ਐਸੇ ਬਾਬਾ ਧੰਨ ਬਾਬਾ ਬੁੱਢਾ ਸਾਹਿਬ ਜੀ ਤਿੰਨਾਂ ਸਮਿਆਂ ਦੇ ਸਾਧ ਸੰਗਤ ਜੀ ਜਾਣਨ ਵਾਲੇ ਹੋਏ ਆ, ਗਿਆਨ ਵਾਲੇ ਹੋਏ ਆ। ਪ੍ਰਗਟ ਹੋਤ ਭੇ ਸਗਲ ਜਹਾਨ, ਇਸ ਪ੍ਰਕਾਰ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਬਾਬਾ ਬੁੱਢਾ ਸਾਹਿਬ ਜੀ। ਸਤਿਗੁਰ ਕੋ ਸ਼੍ਰੀ ਮਤ ਬਰ ਸਾਗਰ, ਜੋ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਧ ਸੰਗਤ ਜੀ ਪੰਥ ਸੀ, ਸਮੁੰਦਰ ਦੇ ਸਮਾਨ ਸ੍ਰੇਸ਼ਟ। ਇਨ ਕੁਲ ਉਪਜਿਓ ਰਤਨ ਉਜਾਗਰ, ਸੋ ਸਤਿਗੁਰ ਕੋ ਸ਼੍ਰੀ ਮਤ ਬਰ ਸਾਗਰ, ਇਨ ਕੁਲ ਉਪਜਿਓ ਰਤਨ ਉਜਾਗਰ। ਇਸ ਪ੍ਰਕਾਰ ਇਹਨਾਂ ਦੀ ਕਿਰਪਾ ਦੇ ਨਾਲ, ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੀ ਕੁਲ ਦੇ ਵਿੱਚ ਫਿਰ ਰਤਨ ਦੇ ਸਮਾਨ ਉਜੜ ਪ੍ਰਗਟ ਹੋਏ ਹਨ। ਦਰਸ ਪਰਸ ਪਾਰਸ ਸਮ ਪਇਤ, ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਹੈ, ਜਿਨ੍ਹਾਂ ਦੇ ਦਰਸ਼ਨ ਸਾਧ ਸੰਗਤ ਜੀ ਪਰਸ ਕੀ ਮਿਲਣੇ, ਦਰਸ਼ਨ ਜਿਹੜੇ ਮਿਲਣੇ ਪਾਰਸ ਦੇ ਸਮਾਨ ਹੀ ਪਾਏ ਜਾਣੋ। ਮੂਡ ਲੋਹ ਬੁੱਧ ਹੋਮ ਬਨਈਤ, ਜਿਹੜੇ ਸਾਧ ਸੰਗਤ ਜੀ ਮੂਰਖ ਲੋਕ ਹਨ, ਮੂਰਖ ਜੀਵ ਹਨ, ਲੋਹੇ ਦੇ ਸਮਾਨ ਜਿਨ੍ਹਾਂ ਦੀ ਬੁੱਧੀ ਹੈ, ਉਹ ਵੀ ਐਸੇ ਭਾਈ ਸਾਹਿਬ ਦੇ ਨਾਲ ਮਿਲ ਕੇ ਅੱਗੇ ਸਾਰਾ ਇਤਿਹਾਸ ਦੱਸਦੇ ਆ ਕਿ ਕੌਣ ਜਨਮ ਇਹਨਾਂ ਦੀ ਕੁੱਲ 'ਚ। ਉਹ ਸਾਧ ਸੰਗਤ ਜੀ ਸੋਨੇ ਦੇ ਸਮਾਨ, ਜਿਵੇਂ ਪਾਰਸ ਦੇ ਨਾਲ ਲੱਗ ਕੇ ਲੋਹਾ ਜਿਹੜਾ ਸੋਨਾ ਬਣ ਜਾਂਦਾ, ਤੇ ਇਸ ਪ੍ਰਕਾਰ ਮੂੜ ਬੁੱਧੀ ਵਾਲੇ ਐਸੀ ਸ੍ਰੇਸ਼ਟ ਮਤ ਵਾਲੇ ਭਾਈ ਸਾਹਿਬ ਦੇ ਨਾਲ ਲੱਗ ਕੇ ਸੋਨੇ ਦੇ ਸਮਾਨ ਹੋ ਗਏ। ਜਿਨ ਕੋ ਅਦਬ ਰਾਖ ਗੁਰ ਆਪੂ, ਜਿਨ੍ਹਾਂ ਦਾ ਸਤਿਕਾਰ ਸਤਿਗੁਰੂ ਜੀ ਆਪ ਰੱਖਦੇ ਸਨ। ਤਿਸ ਕਹੋ ਸਮਤਾ ਕਿਸ ਕੀ ਜਾਪੂ, ਕਹਿੰਦੇ ਤਿਨ ਕਹੋ ਸਮਤਾ ਕਿਸ ਕੀ ਜਾਪੂ। ਕਹਿੰਦੇ ਫਿਰ ਐਸੇ ਮਹਾਨ ਪਵਿੱਤਰ ਆਤਮਾਵਾਂ ਦੀ ਜਿਹੜੀ ਬਰਾਬਰੀ ਦੱਸੋ ਕੌਣ ਪਾ ਸਕਦਾ, ਕਿਹਨੂੰ ਜਾਪੀ ਜਾ ਸਕਦੀ ਹੈ। ਗਿਆਨ ਆਨੰਦ ਸਾਗਰ ਕੇ ਮੀਨ, ਐਸੇ ਸਾਧ ਸੰਗਤ ਜੀ ਆਨੰਦ ਰੂਪੀ ਗਿਆਨ ਸਮੁੰਦਰ ਦੇ ਵਿੱਚ ਮਛਲੀ ਦੇ ਸਮਾਨ ਹੋਏ ਹਨ। ਅਠੋ ਜਾਮ ਰਹਿਤ ਸਮਲੀਨ, ਜਿਵੇਂ ਮਛਲੀ ਸਮੁੰਦਰ ਦੇ ਵਿੱਚ 8 ਪੈਰ ਲੀਨ ਰਹਿੰਦੀ ਹੈ, ਇਵੇਂ ਗਿਆਨ ਰੂਪੀ ਆਨੰਦ ਦੇ ਵਿੱਚ ਜਾਂ ਆਨੰਦ ਰੂਪੀ ਸਮੁੰਦਰ ਦੇ ਵਿੱਚ 8 ਪੈਰ ਲੀਨ ਰਹਿੰਦੇ ਸਨ। ਗੁਰ ਘਰ ਕੀ ਨਿਤ ਸੇਵਾ ਠਾਨਤ, ਗੁਰੂ ਘਰ ਦੀ ਨਿਤਾ ਪ੍ਰਤੀ ਸੇਵਾ ਕਰਦੇ। ਅਪਰ ਮਨੋਰਥ ਮਨ ਨਹਿ ਆਨਤ, ਕੋਈ ਮਨੋਰਥ ਇੱਛਾ ਮਨ ਦੇ ਵਿੱਚ ਨਹੀਂ ਆਉਂਦੀ ਇਹਨਾਂ ਦੇ।
ਹਿਣ ਚਿਤ ਕੀ ਬਹੁ ਰਹਿ ਰਖਵਾਰੀ। ਹਾਂਜੀ ਕਹਿੰਦੇ ਘਾਹ ਤੋਂ ਆਦਿਕ ਹੋਰ ਜੋ ਤੂੜੀ ਜਿਤਨੀ ਵੀ ਗੁਰੂ ਘਰ ਨੂੰ ਚਾਹੀਦੀ ਹੈ ਉਹਦੀ ਰਖਵਾਲੀ ਕਰਦੇ। ਹਰਕਤ ਗੁਰੂ ਹੁਕਮ ਅਨੁਸਾਰੀ। ਖੁਸ਼ ਰਹਿੰਦੇ ਆ ਮਹਾਰਾਜ ਜੀ ਦੀ ਹੁਕਮ, ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਰਹਿੰਦੇ ਆ ਸਦਾ ਹੀ। ਹਸ ਭਾਰੀ ਬੁੱਢਾ ਗੁਰਦਾਸ। ਐਸੇ ਭਾਈ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਾਂ ਦਾ ਦਾਸ, ਜੋ ਗੁਰਾਂ ਦੇ ਸੇਵਕ ਹੋਏ ਬਾਬਾ ਬੁੱਢਾ ਸਾਹਿਬ ਜੀ। ਮਹਿਮਾ ਕਹਿ ਨਾ ਸਕੇ ਕਵਤਾਸ। ਸੰਤੋਖ ਸਿੰਘ ਜੀ ਕਹਿੰਦੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਕਦੇ ਵੀ ਨਹੀਂ ਕਹਿ ਸਕਦੇ। ਸਤਿ ਬਾਕ ਬਰ ਸ਼ਰਾਪ ਜੋ ਦੀਨਸ। ਸਤ ਬਾਕ ਕਹਿੰਦੇ ਇਹਦਾ ਬਚਨ ਸੱਚਾ ਹੁੰਦਾ ਸੀ, ਜਿਹੜਾ ਵੀ ਭਾਵੇਂ ਕਿਸੇ ਨੂੰ ਸ਼ਰਾਪ ਦੇ ਦੇਣ ਚਾਹੇ ਕਿਸੇ ਨੂੰ ਵਰ ਦੇ ਦੇਣ ਉਹ ਸੱਚਾ ਹੀ ਹੁੰਦਾ ਸੀ ਸਦਾ ਹੀ। ਅੰਗੀਕਾਰ ਸਤ ਗੁਰੂ ਕੀਨਸ। ਇਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਛੇਵਾਂ ਪਾਤਸ਼ਾਹੀਆਂ ਨੇ ਅੰਗੀਕਾਰ ਕੀਤਾ ਹੋਇਆ ਸੀ। ਇਹ ਸਭ ਕਥਾ ਗਾਰੀ ਬਰਨੋ। ਇਹ ਕਹਿੰਦੇ ਕਿਵੇਂ ਅੰਗੀਕਾਰ ਕੀਤਾ ਸੀ, ਭਾਵ ਕਿਵੇਂ ਕਿਵੇਂ ਛੇਵਾਂ ਪਾਤਸ਼ਾਹੀਆਂ ਤੱਕ ਰਹੇ ਆ ਨਾਲ, ਇਹ ਸਾਰੀ ਕਥਾ ਅੱਗੇ ਵਰਣਨ ਕਰਾਂਗੇ। ਜਿਸ ਪ੍ਰਕਾਰ ਇਨ ਕੋ ਆਚਰਨੋ। ਜਿਸ ਪ੍ਰਕਾਰ ਇਹਨਾਂ ਦਾ ਆਚਰਣ ਸੀ, ਕਰਤੱਵ ਕੌਤਕ ਆਦਿਕ ਸਨ। ਸਰਬ ਭਾਂਤ ਕੀ ਸ਼ਕਤ ਵਿਸਾਲਾ। ਸਾਰਿਆਂ ਤਰੀਕਿਆਂ ਦੀਆਂ ਸ਼ਕਤੀਆਂ ਇਹਨਾਂ ਦੇ ਵਿੱਚ ਸਨ ਬਹੁਤੀਆਂ। ਜਿਮ ਚਾਹਸ ਤਿਮ ਕਰਨੇ ਵਾਲਾ। ਜਿਵੇਂ ਚਾਹੁੰਦੇ ਸੀ ਉਵੇਂ ਕਰ ਲੈਂਦੇ ਸਨ। ਅਨੇਕ ਭਾਂਤ ਕੇ ਵਿਘਨ ਹੋ ਪਾਏ। ਅਨੇਕਾਂ ਪ੍ਰਕਾਰ ਦੇ ਕਹਿੰਦੇ ਵਿਘਨ ਵੀ ਪਾਏ। ਨਹਿ ਜਿਨ ਕੀਨਸ ਕਬਹੂ ਲਖਾਏ। ਪਰ ਕਦੇ ਵੀ ਕਿਸੇ ਨੂੰ ਜਣਾਉਣਾ ਨਾ ਕੀਤੇ ਵਿਘਨ। ਧਰਨੀ ਸਮਝੇ ਧੀਰਜ ਧਾਰੀ। ਧਰਤੀ ਦੇ ਸਮਾਨ ਜਿਹੜੇ ਧੀਰਜ ਧਾਰੀ ਸਨ। ਕੌਣ ਪੀਰ ਤੇ ਟਰੇ ਨਾ ਟਾਰੀ। ਕੌਣ ਰੂਪੀ ਪੀੜਾ ਦੇ ਨਾਲ ਕਦੇ ਵੀ ਸਾਧ ਸੰਗਤ ਜੀ ਟਲੇ ਨਹੀਂ। ਤਿਸ ਕੋ ਬੰਸ ਸੋ ਤਾਲਮ ਦਿਨ ਐਸੇ ਬਾਬਾ ਬੁੱਢਾ ਸਾਹਿਬ ਜੀ ਦੀ ਬਾਂਸ ਹੈ ਸਾਧ ਸੰਗਤ ਜੀ, ਜਿਹੜੀ ਸਰੋਵਰ ਦੇ ਸਮਾਨ ਹੈ। ਉਪਜਿਓ RAM ਕੁਇਰ ਅਰਬਿੰਦ। ਇਹਨਾਂ ਦੀ ਬਾਂਸ ਦੇ ਵਿੱਚ ਜੋ ਕਮਲ ਸਰੀਖੇ ਮੁਖ ਵਾਲੇ ਭਾਈ ਰਾਮ ਕੌਰ ਜੀ ਪੈਦਾ ਹੋਏ। ਦਸਵੇਂ ਪਾਤਸ਼ਾਹ ਬਰ ਵੀਰ। ਦਸਵੇਂ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਰ ਸ੍ਰੇਸ਼ਟ ਸੂਰਮੇ। ਤਿਨਹੋ ਪਾਦ ਪੰਕਜ ਕੇ ਤੀਰ। ਇਹ ਭਾਈ ਰਾਮ ਕੌਰ ਜੀ ਤਿਨਾਂ ਦੇ ਕਮਲ ਸਰੀਖੇ ਚਰਨਾਂ ਦੇ ਕੋਲ। ਮਦਪ ਮਨਿੰਦ ਆਨੰਦ ਮਕੰਦ। ਜਿਵੇਂ ਮਦਪ ਭੋਰਾ ਸਾਧ ਸੰਗਤ ਜੀ ਭੋਰਾ ਰਹਿੰਦਾ ਹੈ ਕਮਲ ਦੇ ਫੁੱਲ ਕੋਲ, ਉਸ ਦੇ ਸਮਾਨ ਭਾਈ ਰਾਮ ਕੌਰ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਮਲ ਸਰੀਖੇ ਚਰਨਾਂ ਕੋਲ ਮਕਰੰਦ ਰਸ ਲੈਂਦੇ ਰਹੇ। ਤਜਿਓ ਨਾ ਪਾਸ ਮੁਕੰਦ ਬਿਲੰਦ। ਕਦੇ ਵੀ ਮੁਕਤੀ ਦੇ ਦਾਤੇ ਸਤਿਗੁਰੂ ਜੀ ਦਾ ਸਾਥ ਨਹੀਂ ਛੱਡਿਆ। ਸ੍ਰੀ ਗੁਰੂ ਤੇਗ ਬਹਾਦਰ ਪਾਛੇ। ਸ਼੍ਰੋਮਣੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੱਚਖੰਡ ਸ਼ਹੀਦੀ ਤੋਂ ਪਿੱਛੋਂ ਦੀਨਸ ਤਿਲਕ ਦਸਮ ਗੁਰ ਆਛੇ। ਦਿੱਤਾ ਸੀ ਤਿਲਕ ਗੁਰਤਾ ਗੱਦੀ ਦਾ 10ਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਰਾਮ ਕੌਰ ਜੀ ਨੇ। ਉਸ ਵੇਲੇ ਸਾਧ ਸੰਗਤ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ 6ਵੇਂ ਪਾਤਸ਼ਾਹ ਜੀ ਵੇਲੇ ਚੜ੍ਹਾਈ ਕਰ ਗਏ ਸਨ, ਸੱਚਖੰਡ ਚਲੇ ਗਏ ਸਨ, ਤਾਂ 7ਵੇਂ ਪਾਤਸ਼ਾਹ ਜੀ ਨੂੰ ਤਿਲਕ ਇਹਨਾਂ ਦੀ ਕੁਲ ਦੇ ਵਿੱਚੋਂ ਫਿਰ ਅੱਗੇ ਹੋਏ ਉਹਨਾਂ ਨੇ ਦਿੱਤਾ। ਫਿਰ ਇਸ ਪ੍ਰਕਾਰ ਜਿਵੇਂ ਜਿਵੇਂ ਕੁਲ ਦੇ ਵਿੱਚ ਹੁੰਦੇ ਰਹੇ ਵੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੇ ਕੁਲ ਦੇ ਵਿੱਚ ਜਿਹੜਾ ਹੁੰਦਾ ਉਹੀ ਦਿੰਦਾ। ਤਾਂ ਦੱਸਦੇ ਨੇ ਕਿ 10ਵੇਂ ਪਾਤਸ਼ਾਹ ਜੀ ਨੂੰ ਜਿਹੜਾ ਗੁਰਤਾ ਗੱਦੀ ਦਾ ਤਿਲਕ ਹੈ ਉਹ ਭਾਈ ਰਾਮ ਕੌਰ ਜੀ ਨੇ ਦਿੱਤਾ ਸੀ। ਉਸ ਵੇਲੇ ਇਹਨਾਂ ਦੀ ਉਮਰ 2 ਸਾਲ ਸੀ। ਕਲਗੀ ਜਿਗਾ ਜਰਾਉ ਨਜਰੀ। ਤੇ ਭਾਈ ਰਾਮ ਕੌਰ ਜੀ ਨੇ ਜਿੱਥੇ ਸਾਧ ਸੰਗਤ ਜੀ ਸੀਸਗੰਜ ਸਾਹਿਬ ਗੁਰਦੁਆਰਾ ਹੈ ਉੱਥੇ ਇਹਨਾਂ ਨੇ ਤਿਲਕ ਦਿੱਤਾ ਸੀ। ਸੋ ਜਿਹੜੀ ਕਲਗੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਉਹਨਾਂ ਦੇ ਵਿੱਚ ਸਾਧ ਸੰਗਤ ਜੀ ਹੀਰੇ ਆਦਿਕ ਜੜੇ ਹੋਏ ਸਨ। ਇਨ ਤੇ ਲੈ ਸਤ ਗੁਰ ਸਿਰ ਧਰੀ। ਉਮਰ ਛੋਟੀ ਸੀ। ਭਾਈ ਰਾਮ ਕੌਰ ਜੀ ਦੀ 2 ਸਾਲ ਦੀ ਉਮਰ ਸੀ। ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਸਨ ਇਹ।
ਤੋ ਇਹਨਾਂ ਤੋਂ ਫਿਰ ਆਪ ਮਹਾਰਾਜ ਜੀ ਨੇ ਲੈ ਕਰਕੇ ਆਪਣੇ ਸੀਸ ਤੇ ਰੱਖ ਲਈ ਸੀ ਕਲਗੀ। ਆਯੁਧ ਦਏ ਆਦ ਸ਼ਮਸ਼ੇਰ। ਹਾਂਜੀ ਕਹਿੰਦੇ ਆਯੁਧ ਜੋ ਸ਼ਾਸਤਰ ਆਦਿਕ ਸ਼ਮਸ਼ੇਰ ਸ਼੍ਰੀ ਸਾਹਿਬ ਇਹ ਇਹਨਾਂ ਨੇ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਲੱਗਿਆ। ਲੈ ਕਰ ਧਾਰੇ ਗੁਰ ਸਮਛੇਰ। ਜੋ ਸ਼ੇਰ ਦੇ ਸਮਾਨ ਧੰਨ ਕਲਗੀਧਰ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਇਹਨਾਂ ਦੇ ਕੋਲੋਂ ਲੈ ਕੇ ਫਿਰ ਆਪਣੇ ਸਰੀਰ ਦੇ ਸ਼ਸਤਰ ਧਾਰਨ ਕਰ ਲਏ ਸਨ। ਦਾਸ ਪਤਸ਼ਾਹਨ ਕੇ ਨਿਤ ਸੰਗੀ। ਇਸ ਪ੍ਰਕਾਰ ਦਸਾਂ ਪਾਤਸ਼ਾਹੀਆਂ ਦੇ ਨਿਤਾ ਪ੍ਰਤੀ ਸੰਗਤ ਕਰਨ ਵਾਲੀ ਹੋਈ ਇਹਨਾਂ ਦੀ ਕੁੱਲ। ਸਤਿਗੁਰ ਕ੍ਰਿਤ ਕੋ ਚਿਤ ਚਹਿ ਚੰਗੀ। ਸੋ ਦੱਸਦੇ ਨੇ ਕਿ ਜਿਹੜੀ ਸਤਿਗੁਰੂ ਜੀ ਦੀ ਕਿਰਤ ਸੇਵਾ ਸੀ ਨਾ ਕੋਈ ਇਹਨਾਂ ਦੀ ਕੁੱਲ ਨੂੰ ਚੰਗੀ ਲੱਗਦੀ ਸੀ। ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਨੂੰ ਜਗ ਮਹਿ ਬਹੁ ਸਿੱਖੀ ਵਿਸਤਾਰੀ। ਇਸ ਪ੍ਰਕਾਰ ਸੰਸਾਰ ਦੇ ਵਿੱਚ ਇਹਨਾਂ ਦੀ ਕੁੱਲ ਨੇ ਬਹੁਤੀ ਸਿੱਖੀ ਦਾ ਫੈਲਾ ਕੀਤਾ। ਅਨਕ ਨਰਕ ਕਹੋ ਕੀਨ ਉਧਾਰੀ। ਅਨਕ ਨਰਨ ਅਨੇਕਾਂ ਮਨੁੱਖਾਂ ਦਾ ਉਧਾਰ ਕੀਤਾ ਫਿਰ ਇਹਨਾਂ ਇਸ ਪ੍ਰਕਾਰ। ਯਥਾ ਚੱਕਰ ਵੈ ਅਧ ਪਤ ਆਗੇ। ਜਿਸ ਪ੍ਰਕਾਰ ਕਹਿੰਦੇ ਚੱਕਰਵਰਤੀ ਰਾਜੇ ਦੇ ਅੱਗੇ ਮੰਤਰੀ ਰਹਿ ਸਮਤ ਮਹਿ ਲਾਗੇ। ਸ੍ਰੇਸ਼ਟ ਮਤ ਵਾਲੇ ਮੰਤਰੀ ਸੇਵਾ ਕਰਨ ਵਿੱਚ ਲੱਗੇ ਰਹਿੰਦੇ ਐ। ਤਿਮ ਸਤਿਗੁਰ ਘਰ ਕੇ ਇਹ ਭਏ। ਬਾਬਾ ਜੀ ਕਹਿੰਦੇ ਇਵੇਂ ਹੀ ਜਾਣ ਲਓ ਕਿ ਸਤਿਗੁਰੂ ਜੀ ਦੇ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੇ ਇਹਨਾਂ ਦੀ ਕੁੱਲ ਇਸੇ ਪ੍ਰਕਾਰ ਹੀ ਹੋਈ ਹੈ। ਜਿਵੇਂ ਮੰਤਰੀ ਸੇਵਾ ਕਰਦਾ ਰਾਜੇ ਦੀ ਤਾਂ ਇਹਨਾਂ ਨੂੰ ਮੰਤਰੀਆਂ ਦੇ ਸਮਾਨ ਹੀ ਜਾਣੋ। ਅਤ ਸ਼ੋਭਾ ਸਿੱਖੀ ਕਹੋ ਦੇ। ਇਹਨਾਂ ਨੇ ਬਹੁਤੀ ਸ਼ੋਭਾ ਸਿੱਖੀ ਦੀ ਵਧਾਉਣਾ ਕੀਤੀ, ਬਹੁਤੀ ਸ਼ੋਭਾ ਦਿੱਤੀ ਸਿੱਖੀ ਨੂੰ। ਸਤਿਗੁਣ ਕੇ ਕੋਸ਼ ਵਿਸਾਲੇ। ਸਦਾ ਹੀ ਕਹਿੰਦੇ ਗੁਣਾਂ ਦੇ ਵੱਡੇ ਖਜ਼ਾਨੇ ਰਹੇ ਬਾਬਾ ਬੁੱਢਾ ਸਾਹਿਬ ਜੀ ਆਪ ਵੀ ਤੇ ਇਹਨਾਂ ਦੀ ਕੁੱਲ ਵੀ। ਭੇ ਪ੍ਰਾਪਤ ਜੋ ਇਨ ਮਗ ਚਾਲੇ। ਜਿਹੜੇ ਸਾਧ ਸੰਗਤ ਜੀ ਇਹਨਾਂ ਨੂੰ ਆ ਕੇ ਪ੍ਰਾਪਤ ਹੋਏ ਇਹਨਾਂ ਦੇ ਰਸਤੇ ਅਨੁਸਾਰ ਚੱਲੇ ਉਹ ਮੁਕਤ ਹੋ ਗਏ। ਸ੍ਰੀ ਸਤਿਗੁਰ ਦਸਵੇਂ ਪਾਤਸ਼ਾਹੂ। ਸ਼੍ਰੋਮਣੀ ਧੰਨ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੇਂ ਸਤਿਗੁਰੂ। ਗਮਨ ਕੀਨ ਜਬ ਸੱਚ ਖੰਡ ਮਾਹੂ। ਜਦੋਂ ਕਹਿੰਦੇ ਮਹਾਰਾਜ ਜੀ ਨੇ ਸੱਚਖੰਡ ਚਾਲਾ ਮਾਰ ਦਿੱਤਾ ਸ੍ਰੀ ਹਜੂਰ ਸਾਹਿਬ ਤੋਂ। ਪੰਥ ਖਾਲਸਾ ਉਤਪਤ ਕਰਕੇ। ਖਾਲਸਾ ਪੰਥ ਉਤਪਤ ਕੀ ਪੈਦਾ ਕਰਕੇ। ਰਾਜ ਤੇਜ ਕੋ ਛਤਰ ਸੋ ਧਰ ਕੇ। ਪੈਦਾ ਨਾ ਕਹੀਏ ਸਾਧ ਸੰਗਤ ਜੀ ਪੰਥ ਖਾਲਸਾ ਉਤਪਤ ਕਰਕੇ। ਮਹਾਰਾਜ ਜੀ ਨੇ ਪੰਥ ਜਿਹੜਾ ਖਾਲਸਾ ਪੰਥ ਉਹ ਪ੍ਰਗਟ ਕਰਕੇ। ਕਿਉਂ ਖਾਲਸਾ ਪੰਥ ਮਹਾਰਾਜ ਜੀ ਨੇ ਪ੍ਰਗਟ ਕੀਤਾ। ਜਿਹੜੀ ਚੀਜ਼ ਪ੍ਰਗਟ ਹੋਵੇ ਉਹ ਕਦੇ ਖਤਮ ਨਹੀਂ ਹੁੰਦੀ, ਜਿਹੜੀ ਪੈਦਾ ਹੋਵੇ ਉਹ ਸਾਧ ਸੰਗਤ ਜੀ ਖਤਮ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਦਾ ਅਵਤਾਰ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ। ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਪ੍ਰਗਟ ਕਰਕੇ। ਤੁਰਕ ਤੇਜ ਦ੍ਰਿੜ ਤਰੁ ਖਾਰਾ। ਜਿਵੇਂ ਸਾਧ ਸੰਗਤ ਜੀ ਬਚਨ ਆਉਂਦੇ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਕਿ ਜਿਹੜਾ ਖਾਲਸਾ ਅਕਾਲ ਪੁਰਖ ਦੀ ਮੌਜ ਦੇ ਨਾਲ ਪੈਦਾ ਹੋਇਆ ਪ੍ਰਗਟ ਹੋਇਆ। ਸੋ ਰਾਜ ਤੇਜ ਕੋ ਛਤਰ ਸੋ ਧਰਕੈ। ਜਿਹੜਾ ਰਾਜ ਦਾ ਤੇ ਤੇਜ ਪ੍ਰਤਾਪ ਦਾ ਛਤਰ ਸੀ ਉਹ ਖਾਲਸੇ ਦੇ ਸਿਰ ਧਰ ਕੇ। ਤੁਰਕ ਤੇਜ ਦ੍ਰਿੜ ਤਰੁ ਖਾਰਾ। ਇਸ ਪ੍ਰਕਾਰ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪੀ ਰੁੱਖ ਸੀ ਨਾ ਤੁਰਕਾਂ ਰੂਪੀ ਉਹ ਖਾਲਸੇ ਨੇ ਜੜੋਂ ਪੁੱਟ ਦਿੱਤਾ। ਹਿੰਦ ਧਰਮ ਰਾਖਿਓ ਪ੍ਰਤਪਾਰਾ। ਇਸ ਪ੍ਰਕਾਰ ਖਾਲਸੇ ਨੇ ਹਿੰਦੂ ਧਰਮ ਦੀ ਰੱਖਿਆ ਕਰਕੇ ਉਹਨੂੰ ਪਾਲਣਾ ਕੀਤਾ। ਭਾਈ ਰਾਮ ਕਯਰ ਤਬ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਨੂੰ ਚਾਲਾ ਮਾਰ ਗਏ ਸਨ ਉਸ ਤੋਂ ਬਾਅਦ ਖਾਲਸਾ ਪੰਥ ਦੇ ਹੱਥ ਸਾਰੀ ਡੋਰ ਆਈ ਪੰਥ ਦੀ। ਤਾਂ ਉਸ ਵੇਲੇ ਭਾਈ ਰਾਮ ਕੋਇਰ ਜੀ ਵੀ ਸਾਧ ਸੰਗਤ ਜੀ ਰਹੇ ਹਨ। ਰਾਮਦਾਸ ਕੇ ਗ੍ਰਾਮ ਜੋ ਲਹੇ। ਜਿਹੜਾ ਰਮਦਾਸ ਨਗਰ ਹੈ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਹੈ ਉਹ ਇਹਨਾਂ ਨੇ ਨਗਰ ਕਹਿੰਦੇ ਪ੍ਰਾਪਤ ਕੀਤਾ। ਤਹਾਂ ਬਿਰਾਜਤ ਦਿਵਸ ਬਿਤਾਏ। ਭਾਈ ਰਾਮ ਕੋਇਰ ਜੀ ਫਿਰ ਉੱਥੋਂ ਸਾਧ ਸੰਗਤ ਜੀ ਆ ਗਏ ਸਨ ਹਜੂਰ ਸਾਹਿਬ ਤੋਂ। ਤਾਂ ਇੱਥੇ ਰਮਦਾਸ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਦਿਨ ਬਤੀਤ ਕੀਤੇ। ਕੇਤਕ ਸਿੰਘ ਤਿਨਹੋ ਢਿੱਗ ਆਏ। ਉਹ ਇੱਕ ਸਿੰਘ ਭਾਈ ਰਾਮ ਕੋਇਰ ਜੀ ਦੇ ਕੋਲ ਆਏ। ਉਸ ਵੇਲੇ ਕਵੀ ਜੀ ਦੱਸਦੇ ਜਦੋਂ ਮਹਾਰਾਜ ਜੀ ਸੱਚਖੰਡ ਚਲੇ ਗਏ ਸਨ ਥੋੜਾ ਸਮਾਂ ਬਾਅਦ ਇਹ ਸਿੰਘ ਆਏ ਹੈ। ਸਾਹਿਬ ਸਿੰਘ ਆਦਿਕ ਬੁੱਧਵਾਨ। ਭਾਈ ਸਾਹਿਬ ਸਿੰਘ ਤੋਂ ਆਦਿਕ ਬੁੱਧੀ ਵਾਲੇ ਹੋਰ ਸਿੱਖ ਚੱਲ ਕੇ ਆਏ ਨਾ ਕੋਲ।
ਜਿਨ ਕੇ ਸਤਿਗੁਰ ਪਦ ਕੋ ਧਿਆਨ। ਜਿਨ੍ਹਾਂ ਦਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਸਦਾ ਹੀ ਧਿਆਨ ਜੁੜਿਆ ਰਹਿੰਦਾ, ਜਿਨ੍ਹਾਂ ਸਿੱਖਾਂ ਦਾ ਕਥਾ ਗੁਰਨ ਕੀ ਸੁਨ ਪੇ ਚਾਹਤ। ਇਹ ਵੱਡਿਆਂ ਗੁਰਾਂ ਦੀ ਕਥਾ ਸੁਣਨੀ ਚਾਹੁੰਦੇ ਸਨ। ਸੁਨ ਸੁਨ ਗੁਣ ਕੋ ਹਿਰਦਾ ਉਮਾਹਤ। ਜਿਨ੍ਹਾਂ ਦਾ ਹਿਰਦਾ ਮਹਾਰਾਜ ਜੀ ਦੇ ਗੁਣ ਸੁਣ ਸੁਣ ਕਰਕੇ ਉਤਸ਼ਾਹ ਦੇ ਸਹਿਤ ਰਹਿੰਦਾ ਸਦਾ ਹੀ। ਸ੍ਰੀ ਗੁਰੂ ਬਖਸ਼ ਸਿੰਘ ਕੇ ਪਾਸ। ਇਸ ਪ੍ਰਕਾਰ ਸ੍ਰੀ ਗੁਰੂ ਬਖਸ਼ ਸਿੰਘ ਜਿਹੜੇ ਭਾਈ ਰਾਮ ਕੋਇਰ ਜੀ ਸਨ, ਸਾਧ ਸੰਗਤ ਜੀ, ਇਹਨਾਂ ਦਾ ਨਾਮ ਪਹਿਲਾਂ ਰਾਮ ਕੋਇਰ ਸੀ। ਪਰ ਜਦੋਂ ਇਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਦੋਂ ਸਤਿਗੁਰੂ ਜੀ ਨੇ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ ਸੀ। ਤਾਂ ਉਹ ਕਵੀ ਜੀ ਦੱਸਦੇ ਕਿ ਸ੍ਰੀ ਗੁਰਬਖਸ਼ ਸਿੰਘ ਕੇ ਪਾਸ, ਭਾਈ ਰਾਮ ਕੋਇਰ ਜੀ ਦੇ ਕੋਲ, ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਸਭ ਸਿੰਘਨ ਕੀਨਸ ਅਰਦਾਸ। ਜਿਹੜੇ ਭਾਈ ਸਾਹਿਬ ਸਿੰਘ ਤੋਂ ਆਦਿਕ ਸਿੰਘ ਆਏ, ਇਹਨਾਂ ਸਾਰਿਆਂ ਨੇ ਅਰਦਾਸ ਕੀਤੀ, ਇਹਨਾਂ ਅੱਗੇ ਬੇਨਤੀ ਕੀਤੀ। ਮਹਿੰਦ ਪ੍ਰਸੰਗ ਗੁਰਨ ਕੇ ਜੇਤੇ। ਕਹਿੰਦੇ ਭਾਈ ਰਾਮ ਕੋਇਰ ਜੀ, ਬਾਬਾ ਗੁਰਬਖਸ਼ ਸਿੰਘ ਜੀ, ਮਹਿੰਦ ਪ੍ਰਸੰਗ ਗੁਰਨ ਕੇ ਜੇਤੇ, ਜਿੰਨੇ ਵੀ ਸਤਿਗੁਰਾਂ ਜੀ ਦੇ ਜੀਵਨ ਕਾਲ ਦੇ ਪ੍ਰਸੰਗ ਹਨ ਵੱਡੇ, ਕਰੁਣਾ ਕਰੋ ਉਚਾਰੋ ਤਿਤੇ। ਕਿਰਪਾ ਕਰਕੇ ਉਹਨੇ ਜਿਹੜੇ ਪ੍ਰਸੰਗ ਆ ਸਾਨੂੰ ਉਚਾਰ ਕਰਕੇ ਦੱਸੋ। ਸਭ ਸਿੱਖ ਸੰਗਤ ਸੁਨ ਬੇ ਚਾਹਤ। ਕਿਉਂਕਿ ਸਾਰੀ ਜਿਹੜੀ ਸਿੱਖ ਸੰਗਤ ਹੈ, ਇਹ ਮਹਾਰਾਜ ਜੀ ਦਾ ਜੀਵਨ ਸੁਣਨਾ ਚਾਹੁੰਦੀ ਹੈ। ਸਤਿਗੁਰ ਗੁਣ ਕੋ ਮਹਾ ਉਮਾਹਤ। ਸਤਿਗੁਰੂ ਜੀ ਦੇ ਗੁਣ ਸੁਣਨ ਵਾਸਤੇ, ਵਡਿਆਈ ਸੁਣਨ ਵਾਸਤੇ ਇਹਨਾਂ ਦਾ ਹਿਰਦਾ ਉਤਸ਼ਾਹ ਦੇ ਸਹਿਤ ਹੋ ਰਿਹਾ ਹੈ। ਚੰਦਰ ਬਦਨ ਤੇ ਸੁਦਾ ਸਮਾਨਾ। ਆਪ ਕਿਰਪਾ ਕਰੋ ਆਪਣੇ ਚੰਦਰਮਾ ਸਰੀਖੇ ਮੁਖ ਤੋਂ, ਜਿਵੇਂ ਚੰਦਰਮਾ ਚਾਨਣੀ ਦਿੰਦਾ, ਤੁਸੀਂ ਚਾਨਣੀ ਅੰਮ੍ਰਿਤ ਰੂਪੀ ਜਿਹੜੇ ਬਚਨ ਹੈ ਚਾਨਣੀ ਦੇ ਸਮਾਨ ਪ੍ਰਗਟ ਕਰੋ ਪੀਵਹਿ ਪੁੱਟ ਪਖਾਨ ਪਾਨ ਕਾਨਾ। ਇਹ ਤੁਸੀਂ ਪ੍ਰਗਟ ਕਹਿ ਕੇ ਸਾਨੂੰ ਸੁਣਾਉਣਾ ਕਰੋ, ਜਿਹੜੇ ਅਸੀਂ ਕੰਨਾਂ ਰੂਪੀ ਡੋਨਿਆਂ ਦੇ ਨਾਲ ਪੀਣਾ ਕਰੀਏ। ਕਮਲ ਬਦਨ ਮਕਰੰਦ ਬਚਨ ਹੈ। ਆਪ ਜੀ ਦੇ ਜਿਹੜੇ ਬਚਨ ਹੈ ਨਾ, ਉਹ ਕਮਲ ਬਦਨ, ਆਪ ਜੀ ਦਾ ਮੁਖ ਹੈ ਜਿਹੜਾ, ਉਹ ਕਮਲ ਦੇ ਫੁੱਲ ਦੀ ਨਿਆਈ ਹੈ, ਤੇ ਬਚਨ ਆਪ ਜੀ ਦੇ ਮਕਰੰਦ ਰਸ ਨਿਆਈ ਹੈ। ਮਦਪ ਸਿੰਘ ਅਬਲਾਖਤ ਮਨ ਹੈ। ਜਿਹੜੇ ਸਾਡੇ ਮਨ ਹੈ, ਸਿੰਘਾਂ ਦੇ ਭੌਰੇ ਦੀ ਨਿਆਈ ਜਾਣਨਾ ਕਰੋ, ਇੱਛਾ ਕਰਦੇ ਆ ਮਕਰੰਦ ਰਸ ਦੀ। ਭਾਈ ਰਾਮ ਕੋਇਰ ਸੁਨ ਸ਼੍ਰਵਣ। ਭਾਈ ਰਾਮ ਕੋਇਰ ਜੀ ਨੇ ਇਹਨਾਂ ਸਿੰਘਾਂ ਦੀ ਬੇਨਤੀ ਆਪਣੇ ਕੰਨਾਂ ਦੇ ਵਿੱਚ ਸੁਣੀ ਹੈ। ਕਯੋ ਚਹਿਤ ਗੁਰ ਗੁਣ ਸੁਖ ਭਉਨ। ਫਿਰ ਇਹ ਵੀ ਕਹਿਣਾ ਚਾਹੁੰਦੇ ਨੇ, ਜਿਹੜੇ ਗੁਣਾਂ ਦੇ ਸੁਖ ਭਾਉਨ, ਗੁਣਾਂ ਦੇ ਸੁੱਖਾਂ ਦੇ ਘਰ ਹਨ ਵੱਡੇ ਸਤਿਗੁਰੂ, ਉਹਨਾਂ ਦੇ ਗੁਣ ਜਿਹੜੇ ਕਹਿਣਾ ਚਾਹੁੰਦੇ ਆ ਭਾਈ ਰਾਮ ਕੋਇਰ ਜੀ ਵੀ। ਇਹ ਪ੍ਰਸੰਗ ਸੁਨ ਸ਼ਰੋਤਾ ਸਾਰੇ। ਐਸਾ ਇਹ ਪ੍ਰਸੰਗ ਸਾਧ ਸੰਗਤ ਜੀ ਸਰੋਤਿਆਂ ਨੇ ਸੁਣ ਕੇ, ਭਾਈ ਸਾਹਿਬ ਸਿੰਘ ਤੋਂ ਆਦਿਕ ਹੋਰ ਸਿੰਘਾਂ ਨੇ ਜਿਹੜੇ ਸੁਣੇ ਸਨ ਭਾਈ ਰਾਮ ਕੋਇਰ ਜੀ ਦੇ ਕੋਲੋਂ ਵੱਡਿਆਂ ਸਤਿਗੁਰਾਂ ਦੇ ਕੌਤਕ ਪ੍ਰਸੰਗ, ਉਸ ਵੇਲੇ ਮਿਲ ਸੰਤੋਖ ਸਿੰਘ ਨਿਕਟ ਉਚਾਰੇ। ਫਿਰ ਇਹ ਸਿੰਘ ਨਾ ਜਿਹੜੇ ਬਾਅਦ ਵਿੱਚ ਜਿਨ੍ਹਾਂ ਨੇ ਉੱਥੇ ਭਾਈ ਰਾਮ ਕੋਇਰ ਜੀ ਦੇ ਕੋਲੋਂ ਇਹ ਸਾਰੇ ਪ੍ਰਸੰਗ ਸੁਣੇ ਸਨ, ਉਹਨਾਂ ਨੇ ਆ ਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਨੂੰ ਮਿਲ ਕਰਕੇ ਫਿਰ ਸਾਡੇ ਕੋਲ ਉਚਾਰਨਾ ਕੀਤੇ। ਰਾਮ ਕੋਇਰ ਕੀ ਪੂਰਬ ਕਥਾ। ਭਾਈ ਰਾਮ ਕੋਇਰ ਜੀ ਦੀ ਜਿਹੜੀ ਜੀਵਨ ਦੀ ਪਹਿਲੀ ਕਥਾ ਹੈ, ਹਮੈ ਸੁਨਾਵੋ ਹੋਈ ਜਥਾ। ਉਹ ਫਿਰ ਸਿੰਘਾਂ ਨੇ, ਕਵੀ ਜੀ ਕਹਿੰਦੇ ਅਸੀਂ ਬੇਨਤੀ ਕੀਤੀ ਉਹਨਾਂ ਸਿੰਘਾਂ ਨੂੰ ਕਿ ਸਾਨੂੰ ਉਹ ਸੁਣਾਓ ਜਿਵੇਂ ਪਹਿਲਾਂ ਹੋਈ ਹੈ। ਤਿਮ ਗੁਰ ਨਿਕਟ ਰਹੇ ਸੁਖ ਪਾਏ। ਕਿਉਂਕਿ ਭਾਈ ਰਾਮ ਕੋਇਰ ਜੀ ਨੇ ਉਹਨਾਂ ਸਿੰਘਾਂ ਨੂੰ ਸੁਣਾਏ ਸਨ, ਤੇ ਇਹਨਾਂ ਸਿੰਘਾਂ ਨੂੰ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਕਿ ਉਹ ਕਥਾ ਹੁਣ ਸਾਨੂੰ ਸੁਣਾਓ, ਕਿਵੇਂ ਉਹ ਵੱਡਿਆਂ ਸਤਿਗੁਰਾਂ ਦੇ ਕੋਲ ਰਹੇ, ਕਿਉਂਕਿ ਤੁਹਾਨੂੰ ਉਹਨਾਂ ਸਾਰੇ ਕੌਤਕ ਆਪਣੇ ਸੁਣਾਏ ਹਨ। ਭੇ ਗੁਰ ਬਖਸ਼ ਸਿੰਘ ਕਿਸ ਭਾਏ। ਫਿਰ ਉਹ ਭਾਈ ਰਾਮ ਕੋਇਰ ਤੋਂ ਭਾਈ ਗੁਰਬਖਸ਼ ਸਿੰਘ ਕਿਸ ਤਰੀਕੇ ਦੇ ਨਾਲ ਬਣੇ। ਕਹੋ ਚਰਿਤ੍ਰ ਪ੍ਰਥਮ ਇਨ ਕੇਰਾ। ਇਹਨਾਂ ਦਾ ਜਿਹੜਾ ਪਹਿਲਾ ਕੌਤਕ ਕਹਿਣਾ ਹੈ, ਸਾਰੇ ਕਹੋ ਸਾਡੇ ਕੋਲ। ਕੌਣ ਉਚਾਰੋ ਇਤਿਹਾਸ ਵਡੇਰਾ। ਕੌਣ ਉਚਰੋ, ਫਿਰ ਉਚਾਰਨ ਕਰਿਓ ਜਿਹੜਾ ਵੱਡਾ ਇਤਿਹਾਸ ਤੁਹਾਨੂੰ ਬਾਅਦ ਵਿੱਚ ਉਹਨਾਂ ਸੁਣਾਇਆ, ਫਿਰ ਉਹ ਸਾਨੂੰ ਦੱਸਿਓ। ਕਾਵਿਮ ਸੁਨ ਸਰੋਤਨ ਤੇ ਬਾਨੀ। ਕਵੀ ਜੀ ਕਹਿੰਦੇ ਐਵੇਂ ਫਿਰ ਅਸੀਂ ਸਰੋਤਿਆਂ ਦੇ ਕੋਲੋਂ, ਉਹਨਾਂ ਕੋਲੋਂ ਬਚਨ ਸੁਣ ਕੇ ਰਾਮ ਕੋਇਰ ਕੀ ਕਥਾ ਬਖਾਨੀ। ਭਾਈ ਰਾਮ ਕੋਇਰ ਜੀ ਦੀ
ਕਥਾ ਅਸੀਂ ਕਹਿਣ ਲੱਗੇ ਹਾਂ। ਕੁਛ ਚਰਿਤ੍ਰ ਕਯੋ ਕਹੋ ਤਿਨ ਕੇਰਾ। ਕੁਝ ਕਹਿੰਦੇ ਅਸੀਂ ਚਰਿੱਤਰ ਭਾਵ ਕੌਤਕ ਉਹਨਾਂ ਦੇ ਕਹਿੰਦੇ ਹਾਂ। ਪਠਤ ਸੁਨਤ ਸੁਖ ਦੇਤ ਕਨੇਰਾ। ਜਿਹੜੇ ਕੌਤਕ ਅਸੀਂ ਕਹਿਣ ਲੱਗੇ ਹਾਂ, ਇਹਨਾਂ ਕੌਤਕਾਂ ਨੂੰ ਪੜ੍ਹਨ ਤੇ ਸੁਣਨ ਦੇ ਨਾਲ ਇਹ ਕੌਤਕ ਬਹੁਤਾ ਸੁਖ ਦਿੰਦੇ ਹਨ। ਮਨ ਵਾਂਛਤ ਫਲ ਪ੍ਰਾਪਤ ਹੋਵੇ। ਇਹਨਾਂ ਕੌਤਕਾਂ ਨੂੰ ਸੁਣ ਕੇ ਮਨ ਇੱਛਤ, ਵਾਂਛਤ ਨਾਮ ਇੱਛਾ ਦਾ ਹੁੰਦਾ, ਮਨ ਇੱਛਤ ਫਲ ਹੈ ਸ਼ਰੋਤਾ ਜਨੋ ਤੁਹਾਨੂੰ ਪ੍ਰਾਪਤ ਹੋਣਗੇ। ਸੰਚਤ ਪਾਪ ਸਭਨ ਕੋ ਖੋਵੇ। ਸੰਚਤ ਪਾਪ ਸਭਨ ਕੋ ਖੋਵੇ। ਜਿਹੜੇ ਤੁਹਾਡੇ ਇਕੱਠੇ ਕੀਤੇ ਹੋਏ ਤੁਸੀਂ ਪਾਪ ਹੈ ਨਾ, ਇਹ ਕੌਤਕ ਉਹਨਾਂ ਸਾਰਿਆਂ ਪਾਪਾਂ ਨੂੰ ਨਾਸ਼ ਕਰ ਦੇਣਗੇ। ਵਿਮਲ ਮਤੀ ਹੋਏ ਲਹਿ ਸੁਖ ਧਾਮ। ਫਿਰ ਹੇ ਸ਼ਰੋਤਿਓ, ਸਾਨੂੰ ਕਵੀ ਜੀ ਕਹਿ ਰਹੇ ਹੈ, ਸਾਧ ਸੰਗਤ ਜੀ, ਕਿ ਤੁਹਾਡੀ ਜਿਹੜੀ ਮਤ ਹੈ ਨਾ ਬੇਮਲ, ਉਹ ਮੈਲ ਤੋਂ ਰਹਿਤ ਹੋ ਜਾਵੇਗੀ। ਫਿਰ ਸੁੱਖਾਂ ਦਾ ਘਰ ਤੁਸੀਂ ਜੋ ਸੁੱਖ ਹੈ ਸੁੱਖਾਂ ਦੇ ਘਰ ਹੀ ਲੈ ਲਵੋਗੇ। ਲਿਵ ਲਾਗੇ ਸਿਮਰਨ ਸਤਨਾਮ। ਤੁਹਾਡੀ ਜਿਹੜੀ ਸੱਚੇ ਨਾਮ ਦੇ ਵਿੱਚ ਲਿਵ ਲੱਗ ਜਾਵੇਗੀ, ਬਿਰਤੀ ਲੱਗ ਜਾਵੇਗੀ। ਜੇ ਤੁਸੀਂ ਇਹ ਜਿਹੜੇ ਅਸੀਂ ਕੌਤਕ ਅੱਗੇ ਭਾਈ ਰਾਮ ਕੌਰ ਜੀ ਦਾ ਜੀਵਨ ਕਹਿਣ ਲੱਗੇ ਹਾਂ, ਜੇ ਤੁਸੀਂ ਸਰਵਣ ਕਰੋਗੇ ਨਾ ਪ੍ਰੇਮ ਦੇ ਨਾਲ, ਸ਼ਰਧਾ ਧਾਰਨ ਕਰਕੇ, ਫਿਰ ਤੁਹਾਡੀ ਲਿਵ ਹੈ ਜਿਹੜੀ ਬਿਰਤੀ ਹੈ ਉਹ ਸੱਚੇ ਨਾਮ ਦੇ ਵਿੱਚ ਲੱਗ ਜਾਵੇਗੀ। ਇਹ ਸਾਧ ਸੰਗਤ ਜੀ ਮਹਾਤਮ ਕਵੀ ਸੰਤੋਖ ਸਿੰਘ ਜੀ ਨੇ ਕਥਾ ਦਾ ਦਰਸਾਇਆ ਹੈ। ਸੋ ਸਮੇਂ ਦੀ ਵੀ ਸਮਾਪਤੀ ਹੈ ਤੇ ਪ੍ਰਸੰਗ ਵੀ ਸਮਾਪਤ ਹੈ। ਗਰੀਬ ਨਿਵਾਜ ਜੀ ਦੀ ਕਥਾ ਕਰਦਿਆਂ ਹੋਇਆਂ, ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਆਪ ਜੀ ਨੇ ਬਖਸ਼ ਲੈਣੀਆਂ। ਸੋ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਇਸੇ ਪ੍ਰਕਾਰ ਫਿਰ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ ਦੇ ਵਿੱਚੋਂ ਭਾਈ ਰਾਮ ਕੌਰ ਜੀ, ਬਾਬਾ ਗੁਰਬਖਸ਼ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਹੋਏ ਤੇ ਉਹਨਾਂ ਤੋਂ ਬਾਅਦ ਦੱਸਿਆ ਜਾਂਦਾ ਕਈ ਵਿਦਵਾਨ 51 ਸਾਲ, ਕਈ 52 ਸਾਲ, ਕਈ 48 ਸਾਲ ਇੱਦਾਂ ਲਿਖਦੇ ਆ, ਕੋਈ 60 ਸਾਲ ਲਿਖਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਇਹ ਸਾਧ ਸੰਗਤ ਜੀ 52 ਸਾਲ ਰਹੇ ਬਾਅਦ ਵਿੱਚ। ਤੋ ਮਹਾਰਾਜ ਜੀ ਦੇ ਰੋਜ਼ ਹੀ ਦਰਸ਼ਨ ਕਰਦੇ ਨੇ। ਫਿਰ ਵੀ ਇਹ ਕਵੀ ਜੀ ਕੱਲ੍ਹ ਨੂੰ ਸਾਰਾ ਇਹਦਾ ਜੀਵਨ ਦੱਸਣਗੇ। ਬੜੇ ਪ੍ਰੇਮ ਦੇ ਨਾਲ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। 2 ਪੰਕਤੀਆਂ ਪੜ੍ਹ ਕੇ ਜੀ ਸਮਾਪਤੀ ਕਰੀਏ। ਬਿਮਲ ਮਤੀ ਹੋਏ ਲਹਿ ਸੁਖ ਧਾਮ, ਲਿਵ ਲਾਗੇ ਸਿਮਰਨ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ।